अच्छा किहड़ी एमरजेंसी है करोना च? पहला तो मैं पूछना चाहना केंद्र सरकार नूं जिहड़ी भाजपा अकाली दल की सरकार के भाई एमरजेंसी किहड़ी ऑर्डीनेंस एमरजेंसी का कानून आ। साडा सवाल है कि जे तुसी MSP लई तुसी सिंसीयर हो जी ते जेड़ा तुसी मंडियां तो बाहर भी कोई खरीदना चाहुंदा ते उत्थे लिख दे जी कि कोई भी आदमी एक दाना अगर MSP तो घट खरीदूगा तो ਉਹਦੇ ਤੇ क्रिमिनल केस फाइल होगा। किसी ਨੂੰ ਤੁਸੀਂ ਤਾਂ ओपन ਛੱਡਤਾ, ਉਹ ਬੰਦਾ MSP ਦੇ ਦਵੇ ਘਟ ਲਵੇ और करना की है कि थोड़े दिनों च मंडियां खत्म कराउणियां ने क्योंकि उत्थे जिमींदारां ने आउणा नहीं है, हौली हौली घट जाणगे और बाद च फिर प्राइवेट आदमी अच्छा उन्हां नूं पहलां ही स्टॉक लिमिट खत्म करती है जी और गां तो करनगे की। ਹੁਣ ਨਵੇਂ ਕਾਨੂੰਨ ਚ ਕੀ ਕਿ ਉਹ ਮੰਡੀ ਆਪਣੀ ਚਾਰ ਦੀਵਾਰੀ ਦੇ ਅੰਦਰ ਮੰਡੀ ਰਹਿ ਗਈ ਆ, ਪਿੰਡ ਉਹਦੇ ਨਾਲ ਨਹੀਂ ਬਚੇ। ਹੁਣ ਇਹਨਾਂ ਦੀ ਪਲਾਨਿੰਗ ਹੈ ਕਿ ਪੰਜਾਬ ਦੀਆਂ ਜਿਹੜੀ ਕਿਉਂਕਿ BJP ਦੀ ਸਰਕਾਰ ਆਪਣੀ ਆ ਆਪਣਾ ਹਰਿਆਣੇ ਜੀ ਉਹ ਤਾਂ ਚੀਫ ਮਿਨਿਸਟਰ ਸਾਹਿਬ ਕਹਿੰਦੇ ਨਹੀਂ ਜੀ ਇਹਦੇ ਵਰਗਾ ਕੋਈ ਕੰਮ ਹੀ ਨਹੀਂ ਹੋ ਸਕਦਾ। ਚਲੋ ਉਹਨਾਂ ਨੇ ਤਾਂ ਹੁਣ ਆਪਣੇ ਜ਼ਿਮੀਂਦਾਰ ਦਾ ਨੁਕਸਾਨ ਕਰਨਾ ਹੀ ਕਰਨਾ ਜੀ। ਵੀ ਕਿਸੇ ਦੀ ਗੱਲ ਨਹੀਂ ਸੁਣ ਕੇ ਰਾਜੀ, ਪਰ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਤਾਂ ਇਹ ਕਹਿ ਰਹੇ ਨੇ ਜੀ ਕੋਈ ਕਿਸਾਨਾਂ ਦਾ ਘਾਟਾ ਨਹੀਂ ਹੋ ਰਿਹਾ, ਮੈਂ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਜੀ। ਮਨਸ਼ਾ ਤਾਂ ਬਹੁਤ ਸਪਸ਼ਟ ਹੈਗੀ ਆ ਕਿ FCI ਬੰਦ ਕਰਨੀ ਆ ਜੀ, ਲੇਕਿਨ ਸਿੱਧਾ ਕੁਝ ਨਹੀਂ ਕਰਨਾ ਚਾਹੁੰਦੇ। ਇਹਨਾਂ ਨੇ ਪਲਾਨਿੰਗ ਇਹ ਕੀਤੀ ਹੈ ਕਿ ਕੋਵਿਡ 'ਚ ਕੋਈ ਕਰੋਨਾ ਹੋਇਆ ਹੁਣ ਇਸ ਵੇਲੇ ਕੋਈ ਵੱਡਾ ਐਜੀਟੇਸ਼ਨ ਨਹੀਂ ਹੋਊਗਾ, ਲੋਕ ਇਕੱਠੇ ਨਹੀਂ ਹੋਣਗੇ, ਇਸ ਵੇਲੇ ਕਰ ਦਿਓ। ਅਰੇ ਭਾਈ ਕਰੋਨਾ 'ਚ ਤੁਸੀਂ ਕਰੋਨਾ ਦਾ ਕੋਈ ਆਰਡੀਨੈਂਸ ਲਿਆਓ ਤਾਂ ਉਹਦੀ ਸਮਝ ਆਉਂਦੀ ਆ। ਤੁਸੀਂ ਇਹ ਕਰੋ ਅਸੀਂ ਹਸਪਤਾਲ ਬਣਾਉਣੇ, ਉਹਦੇ ਲਈ ਜ਼ਮੀਨ ਲੈਣੀ ਆ, ਫਲਾਣਾ ਲੈਣਾ ਆ, ਅਸੀਂ ਜ਼ਬਰਦਸਤੀ ਜ਼ਮੀਨ ਐਕਵਾਇਰ ਕਰਨੀ ਆ, ਆ ਕਰਨਾ ਹਸਪੀਟਲ ਲਈ ਕੋਵਿਡ ਲਈ। ਕੋਈ ਤੁਹਾਡਾ ਕਹੂਗਾ ਨਹੀਂ ਕਿ ਨਹੀਂ ਯਾਰ ਇਹ ਤਾਂ ਕਰੋਨਾ 'ਚ ਕੰਮ ਕਰ ਰਹੇ ਆ। ਉਹ ਤੁਸੀਂ ਕਰੋਨਾ ਦਾ ਤਾਂ ਕੋਈ ਨਾਮੋ ਨਿਸ਼ਾਨ ਨਹੀਂ, ਉਹਦੇ 'ਚ ਕੋਈ ਕੰਮ ਨਹੀਂ ਕੀਤਾ। ਮੱਧ ਪ੍ਰਦੇਸ਼ ਵਿੱਚ ਜੋ ਹੋਇਆ, ਜੋ ਕਰਨਾਟਕਾ ਵਿੱਚ ਹੋਇਆ, ਜਾਂ ਜੋ ਪਹਿਲਾਂ ਬਿਹਾਰ ਦੇ ਵਿੱਚ ਹੋਇਆ, ਲਾਲੂ ਤੇ ਨੀਤੀਸ਼ ਕੁਮਾਰ ਦੀ ਸਰਕਾਰ ਸੀ ਮੁੜ ਕੇ BJP ਨੇ ਬਣਾ ਲਈ, ਤੇ ਹੁਣ ਰਾਜਸਥਾਨ ਦੇ ਵਿੱਚ ਵੀ ਉਹੀ ਘਟਨਾਕ੍ਰਮ ਹੋ ਰਿਹਾ। ਕਿਵੇਂ ਦੇਖ ਰਹੇ ਹੋ ਤੁਸੀਂ? ਪ੍ਰਾਈਮ ਉਹਦੇ ਦੇਖ ਰਹੇ ਸਰ, ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਜਿਵੇਂ ਹੀ ਕਰੋਨਾ ਮਹਾਮਾਰੀ ਅਤੇ ਗਰਮੀ ਆਪਣਾ ਜ਼ੋਰ ਫੜਦੀ ਜਾ ਰਹੀ ਹੈ, ਉਸੇ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਨਿੱਤ ਨਵੇਂ ਮੁੱਦੇ ਆਉਂਦੇ ਨੇ, ਤੇ ਉਹ ਮੁੱਦੇ ਆਉਂਦੇ ਜਿਸ ਤਰ੍ਹਾਂ ਆਉਂਦੇ ਨੇ ਉਸੇ ਤਰ੍ਹਾਂ ਸਿਆਸਤ ਵੀ ਗਰਮਾਈ ਜਾਂਦੀ ਹੈ। ਤੇ ਗੱਲ ਹੁਣ ਕੀਤੀ ਜਾਵੇ, ਤਾਜ਼ਾ ਜਿਹੜਾ ਮਾਮਲਾ ਚੱਲ ਰਿਹਾ ਉਹ ਚੱਲ ਰਿਹਾ ਇੱਕ ਖੇਤੀਬਾੜੀ ਆਰਡੀਨੈਂਸ ਜਾਰੀ ਕੀਤਾ ਕੇਂਦਰ ਸਰਕਾਰ ਵੱਲੋਂ, ਜਿਸ ਦਾ ਵਿਰੋਧੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ, ਤੇ ਅਕਾਲੀ ਦਲ ਲੁਕਵੇਂ ਢੰਗ ਨਾਲ ਨਾ ਤਾਂ ਵਿਰੋਧ ਦੇ ਵਿੱਚ ਆ ਰਿਹਾ ਤੇ ਨਾ ਸਮਰਥਨ ਦੇ ਵਿੱਚ ਆ ਰਿਹਾ। ਵੀ ਉਹ ਕਹਿੰਦਾ ਭਾਵੇਂ ਆ ਵੀ ਉਹ ਭਾਜਪਾ ਨਾਲ ਵੀ ਆਪਣੀ ਜਾਰੀ ਰੱਖਣਾ ਚਾਹੁੰਦਾ ਹੈ, ਤੇ ਹਿਸਾਬ ਲਾ ਲਈਏ ਤੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਵੋਟ ਬੈਂਕ ਆ ਉਹਨੂੰ ਬਚਾਉਣ ਦੀ ਰਣਨੀਤੀ ਦੇ ਤਹਿਤ ਕੰਮ ਕਰ ਰਿਹਾ ਵਾ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ, ਇਸੇ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ। ਡਾਕਟਰ ਅਮਰ ਸਿੰਘ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਨੇ, ਤੇ ਨਾਲ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜਿਹੜੇ ਅਰਥ ਸ਼ਾਸਤਰੀ ਨੇ, ਵਰਲਡ ਵਾਈਡ ਫੇਮਸ ਹਸਤੀ ਨੇ, ਉਹਨਾਂ ਨਾਲ ਵੀ ਇਹਨਾਂ ਨੇ ਕੰਮ ਕੀਤਾ। ਨੀਤੀ ਘੜ ਵੀ ਅਸੀਂ ਕਹਿ ਸਕਦੇ ਹਾਂ, ਨੀਤੀਆਂ ਬਣਾਈਆਂ ਇਹਨਾਂ ਨੇ ਸਰਕਾਰ ਦੇ ਵਿੱਚ, ਬਹੁਤ ਅਜਿਹੀਆਂ ਯੋਜਨਾਵਾਂ ਲੈ ਕੇ ਆਏ ਨੇ ਪਿਛਲੀਆਂ ਸਰਕਾਰਾਂ ਵਿੱਚ। ਬਤੌਰ ਇੱਕ ਸਰਕਾਰ ਦੇ A ਕਲਾਸ ਆਫਿਸਰ ਬਤੌਰ ਇਹ ਵਧੀਆ ਨੀਤੀਆਂ ਲੈ ਕੇ ਆਏ ਨੇ। ਡਾਕਟਰ ਅਮਰ ਸਿੰਘ ਹੋਰਾਂ ਕੋਲੋਂ ਜਾਣਾਂਗੇ ਜਿਹੜਾ ਖੇਤੀਬਾੜੀ ਆਰਡੀਨੈਂਸ ਜਾਰੀ ਕੀਤਾ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ, ਉਹਦੀਆਂ ਕੀ ਕਿਸਾਨਾਂ ਨੂੰ ਹੋਣਗੀਆਂ ਫਾਇਦੇ ਹੋਣਗੇ ਤੇ ਕੀ ਉਹਦੇ ਨੁਕਸਾਨ ਹੋਣਗੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਡਾਕਟਰ ਸਾਹਿਬ ਪਹਿਲਾ ਸਵਾਲ ਮੇਰਾ ਇਹੀ ਹੈ ਜੀ, ਖੇਤੀਬਾੜੀ ਆਰਡੀਨੈਂਸ ਪਾਸ ਕੀਤਾ ਕੇਂਦਰ ਸਰਕਾਰ ਨੇ ਜੀ, ਇਹ ਥੋੜਾ ਸਮਝਾਓ ਵੀ ਇਹ ਕਿੱਦਾਂ ਨੁਕਸਾਨਦਾਇਕ ਹੈਗਾ ਜਾਂ ਫਾਇਦੇਮੰਦ ਹੈਗਾ ਜੀ? ਦੇਖੋ ਕੇਂਦਰ ਸਰਕਾਰ ਨੇ ਹੁਣ ਜਦੋਂ ਆਪਣਾ 40 ਤੋਂ 50,000 ਕੇਸ ਰੋਜ਼ ਹੋ ਰਿਹਾ ਜੀ, ਜਦੋਂ ਥੋੜੇ ਦਿਨ ਪਹਿਲਾਂ ਆਰਡੀਨੈਂਸ ਕੀਤੇ ਹੈ, 3 ਆਰਡੀਨੈਂਸ ਕੀਤੇ ਆ ਜੀ, ਇੱਕ ਨਹੀਂ ਆ 3 ਆਰਡੀਨੈਂਸ ਨੇ। ਉੱਤੋਂ ਕਰੋਨਾ ਚੱਲ ਰਿਹਾ, ਆਪ ਕਹਿ ਰਹੇ ਆ ਕਿ ਹਿੰਦੁਸਤਾਨ ਦੀ ਵੈਸੇ ਤਾਂ ਅਰਥ ਵਿਵਸਥਾ ਮਤਲਬ ਇਕੋਨਮੀ ਤਕਲੀਫ 'ਚ, ਲੇਕਿਨ ਖੇਤੀ ਠੀਕ ਚੱਲ ਰਹੀ ਆ ਜੀ, ਕਿਉਂਕਿ ਆਪਣੀ ਜਿਹੜੀ ਫਸਲ ਆਈ ਉਹ ਵਧੀਆ ਵੱਢੀ ਗਈ, ਵਧੀਆ ਮੰਡੀਆਂ 'ਚੋਂ ਚੱਕੀ ਗਈ, ਜ਼ਿਮੀਂਦਾਰ ਖੁਸ਼ ਆ, ਮਜ਼ਦੂਰ ਖੁਸ਼ ਆ, ਟਰਾਂਸਪੋਰਟ ਵਾਲਾ ਖੁਸ਼ ਆ। ਕਹਿੰਦੇ ਜੀ ਖੇਤੀ ਦਾ ਤਾਂ ਬਹੁਤ ਵਧੀਆ ਚੱਲ ਰਿਹਾ, ਇੱਕ ਪਾਸੇ ਕਹੀ ਜਾ ਰਹੇ ਜੀ, ਤੇ ਦੂਸਰੇ ਪਾਸੇ 3 ਆਰਡੀਨੈਂਸ ਖੇਤੀ ਨੂੰ ਲੈ ਕੇ ਕਰਤੇ।
ਅੱਛਾ, ਕਿਹੜੀ ਐਮਰਜੈਂਸੀ ਆ ਕਰੋਨਾ 'ਚ? ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕੇਂਦਰ ਸਰਕਾਰ ਨੂੰ, ਜਿਹੜੀ ਭਾਜਪਾ ਅਕਾਲੀ ਦਲ ਦੀ ਸਰਕਾਰ, ਕਿ ਭਾਈ ਐਮਰਜੈਂਸੀ ਕਿਹੜੀ? ਆਰਡੀਨੈਂਸ ਐਮਰਜੈਂਸੀ ਦਾ ਕਾਨੂੰਨ ਆ ਜੀ, ਕਿ ਜਦੋਂ ਤੁਹਾਨੂੰ ਲੱਗੇ ਕਿ ਪਾਰਲੀਮੈਂਟ ਹੋ ਨਹੀਂ ਸਕਦੀ ਔਰ ਅਗਰ ਅੱਜ ਹੀ ਨਾ ਇਹ ਕੰਮ ਕੀਤਾ ਤੇ ਬਹੁਤ ਵੱਡਾ ਨੁਕਸਾਨ ਹੋ ਜਾਊਗਾ। ਖੇਤੀ ਨੂੰ ਤਾਂ ਅਜੇ ਕੋਈ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਕਿ ਜਿਹੜਾ ਤੁਸੀਂ ਹੁਣ ਤਾਂ ਕਣਕ ਦੀ ਆਪਣਾ ਕਣਕ ਕੱਟੀ ਗਈ, ਹੁਣ ਝੋਨੇ ਦੀ ਕਰ ਰਹੇ, ਉਹ ਬੁਆਈ ਵੀ ਉਹਦੀ ਹੋ ਗਈ ਆ, ਬੀਜਿਆ ਲੋਕਾਂ ਨੇ ਵਧੀਆ ਬੀਜਿਆ ਹੈਗਾ, ਕੋਈ ਕਿਤੇ ਇਹੋ ਜਿਹੀ ਸ਼ਿਕਾਇਤ ਨਹੀਂ ਹੈਗੀ। ਤੇ ਤੁਸੀਂ ਇਹ ਸਭ ਤੋਂ ਪਹਿਲਾਂ ਦਾ ਸਵਾਲ ਉੱਠਦਾ ਵੀ ਭਾਈ ਐਮਰਜੈਂਸੀ ਕੀ ਸੀ? ਜੀ, ਕੋਈ ਜਵਾਬ ਨਹੀਂ ਦੇ ਰਿਹਾ, ਕੋਈ ਬੰਦਾ ਬੋਲ ਹੀ ਨਹੀਂ ਰਿਹਾ। ਇਹ 3 ਕਾਨੂੰਨ ਨੇ। ਪਹਿਲਾਂ ਤਾਂ ਮੈਂ ਅੰਗਰੇਜ਼ੀ 'ਚ ਤਾਂ ਅਲੱਗ ਨਾਂ ਨੇ, ਐਸੈਂਸ਼ੀਅਲ ਕਮੋਡਿਟੀ ਫਲਾਣਾ ਫਲਾਣਾ, ਮੈਂ ਨਾ ਪੰਜਾਬੀ 'ਚ ਬੋਲਦਾ ਇਹਨਾਂ ਦੇ ਨਾਂ। ਇੱਕ ਤਾਂ ਪਹਿਲਾ ਕਾਨੂੰਨ ਕੀਤਾ ਜੀ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ। ਐਸੈਂਸ਼ੀਅਲ ਕਮੋਡਿਟੀਜ਼ ਹੁੰਦੀਆਂ ਆਪਾਂ ਜ਼ਰੂਰੀ ਵਸਤਾਂ ਕਹਿੰਦੇ ਆ, ਜਿਹੜੀਆਂ ਆਪਾਂ ਨੂੰ ਖਾਣ ਪੀਣ 'ਚ ਲੱਗਦੀਆਂ ਨੇ, ਕਣਕ, ਚੌਲ, ਆਪਣਾ ਪਿਆਜ਼ ਹੋ ਗਿਆ, ਟਮਾਟਰ, ਫਲਾਣਾ ਫਲਾਣਾ, ਜਿੰਨੀਆਂ ਆਪਣਾ ਇਹ ਜ਼ਰੂਰੀ ਇਹਨਾਂ ਨੂੰ ਮੰਨਦੇ ਆ। ਇਹਦੇ 'ਚ ਇੱਕ ਬਹੁਤ ਵੱਡਾ ਸੋਧ ਕੀਤਾ ਜੀ। ਸੋਧ ਇਹ ਕੀਤਾ ਕਿ ਹੁਣ ਜਿਹੜਾ ਸਰਮਾਏਦਾਰ ਆਦਮੀ ਆ ਜਾਂ ਜਿਹੜਾ ਖਰੀਦਦਾ ਇਹਨੂੰ, ਉਹਦੇ ਤੇ ਸਟਾਕ ਰੱਖਣ ਦੀ ਕੋਈ ਲਿਮਿਟ ਨਹੀਂ ਆ ਭਈ ਉਹ ਅਗਰ 1 ਕਰੋੜ ਕੁਇੰਟਲ ਵੀ ਰੱਖਣਾ ਚਾਹੁੰਦਾ ਤੇ ਰੱਖ ਸਕਦਾ ਜੀ। ਅੱਛਾ, ਇਹ ਕਾਨੂੰਨ ਤਾਂ ਬਣਾਇਆ ਸੀ ਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਵੱਡੇ ਜਿਹੜੇ ਲੋਕ ਨੇ, ਸਰਮਾਏਦਾਰ ਨੇ, ਉਹ ਬਾਜ਼ਾਰ 'ਚ ਜਦੋਂ ਸਸਤੀ ਚੀਜ਼ ਹੁੰਦੀ ਆ ਖਰੀਦ ਲੈਂਦੇ ਆ ਔਰ ਫਿਰ ਜਦੋਂ ਮਹਿੰਗੀ ਹੁੰਦੀ ਆ ਉਦੋਂ ਛੱਡ ਦਿੰਦੇ ਆ, ਜਾਂ ਕਿਸੇ ਚੀਜ਼ ਦਾ ਭਾਅ ਡੇਗਣਾ ਹੁੰਦਾ ਉਦੋਂ ਬਾਜ਼ਾਰ 'ਚ ਛੱਡ ਦਿੰਦੇ ਆ। ਬਹੁਤ ਕੁਝ ਖੇਲ ਹੁੰਦਾ। ਇਹ ਉਹਦੇ ਲਈ ਕਾਨੂੰਨ ਬਣਾਇਆ, ਉਦੋਂ ਕਾਨੂੰਨ ਨੂੰ ਖਤਮ ਕਰਤਾ, ਮਤਲਬ ਉਹਦਾ ਹੁਣ ਕੁਝ ਨਹੀਂ ਬਚਿਆ ਜੀ। ਦੂਸਰਾ ਕਹਿੰਦੇ ਆ ਜੀ ਕਿਸਾਨਾਂ ਦੇ ਉਤਪਾਦ ਵਪਾਰ ਸੰਬੰਧੀ ਉન્નਤੀ ਆਰਡੀਨੈਂਸ ਜੀ, ਜਿਹੜਾ ਆਪਣਾ ਮੰਡੀਆਂ ਨੇ, ਵਪਾਰ, ਕਿਉਂਕਿ ਮੰਡੀਆਂ ਜੀ ਹੁਣ ਹਿੰਦੁਸਤਾਨ 'ਚ ਬਹੁਤ ਪਹਿਲਾਂ ਹੀ ਬਹੁਤ ਘੱਟ ਸਟੇਟਾਂ ਜਿੱਥੇ ਮੰਡੀਆਂ ਹੋਣੇ, ਪੰਜਾਬ ਹਰਿਆਣਾ 'ਚ ਬਣੀ ਹੋਈ ਆ ਜੀ। ਇੱਕ ਇਹੋ ਜਿਹਾ ਕਾਨੂੰਨ ਬਣਾਤਾ ਕਿ ਮੰਡੀਆਂ ਜਿਹੜੀਆਂ ਹੁਣ ਸਰਕਾਰੀ ਨੇ ਉਹ ਸਿਰਫ 4 ਦੀਵਾਰੀ ਤੱਕ ਆਪਣਾ ਧੰਦਾ ਕਰ ਸਕਦੀਆਂ ਨੇ ਜੀ। ਪਹਿਲਾਂ ਕੀ ਹੁੰਦਾ, ਜਿਵੇਂ ਹੁਣ ਸਾਡੀ ਰਾਏਕੋਟ ਮੰਡੀ ਆ ਜੀ, ਇਹਦੇ ਨਾਲ 100-150 ਪਿੰਡ ਜੋੜਿਆ ਹੋਇਆ ਵਾ। ਮੁੱਲਾਪੁਰ ਮੰਡੀ ਆ, ਉਹਦੇ ਨਾਲ ਪਿੰਡ ਜੋੜੇ ਹੋਏ ਆ। ਇਹ ਸਭ ਮੰਡੀਆਂ ਨਾਲ ਪਿੰਡ ਜੋੜੇ ਹੁੰਦੇ ਆ। ਹੁਣ ਨਵੇਂ ਕਾਨੂੰਨ 'ਚ ਕੀ ਕਿ ਉਹ ਮੰਡੀ ਆਪਣੀ 4 ਦੀਵਾਰੀ ਦੇ ਅੰਦਰ ਮੰਡੀ ਰਹਿ ਗਈ ਆ, ਪਿੰਡ ਉਹਦੇ ਨਾਲ ਨਹੀਂ ਬਚੇ। ਅੱਛਾ, ਕੀਤਾ ਕੀ ਆ ਕਿ ਇਹ ਮੰਡੀ ਦੀ ਕੰਧ ਤੋਂ ਬਾਹਰ ਕੋਈ ਵੀ ਵਪਾਰੀ, ਕੋਈ ਵੀ ਵੱਡਾ ਆਦਮੀ ਜਿੰਨੀ ਮਰਜ਼ੀ ਖਰੀਦ ਕਰ ਲੇ, ਚਾਹੇ ਖੇਤਾਂ 'ਚੋਂ ਚੱਕ ਲੇ, ਚਾਹੇ ਜਿੱਥੋਂ ਮਰਜ਼ੀ ਚੱਕ ਲੇ, ਔਰ ਮੰਡੀ ਦੇ ਅੰਦਰ ਟੈਕਸ ਲੱਗਦਾ, ਮੰਡੀ ਦਾ ਫੀਸ ਰਹਿੰਦੀ ਆ, ਫਿਰ RDF ਰਹਿੰਦਾ, ਰੂਰਲ ਡਿਵੈਲਪਮੈਂਟ ਫੰਡ ਰਹਿੰਦਾ, ਕਈ ਤਰ੍ਹਾਂ ਦੇ ਟੈਕਸ ਰਹਿੰਦੇ। ਪੰਜਾਬ 'ਚ 8.5% ਟੈਕਸ ਆ ਜੀ। ਹੁਣ ਜਿਹੜਾ ਬਾਹਰ ਬੈਠਾ ਕਹਿੰਦੇ ਜੀ ਤੇਰੇ ਤੇ ਕੋਈ ਟੈਕਸ ਨਹੀਂ ਆ, ਨਾ ਤੇਰੇ ਤੇ ਸੂਬੇ ਦਾ ਕੋਈ ਟੈਕਸ ਆ, ਨਾ ਤੇਰੇ ਤੇ ਕੇਂਦਰ ਦਾ ਟੈਕਸ ਆ ਜੀ। ਇਹ ਸੋਧ ਕੀਤੀ ਆ। ਅੱਛਾ, ਇਹ ਕਹੇ ਭਾਈ ਤੁਹਾਨੂੰ ਜਿਹੜੀਆਂ ਪੰਜਾਬ 'ਚ ਤਾਂ ਮੰਡੀਆਂ ਜਿਹੜੀਆਂ ਚੱਲ ਰਹੀਆਂ ਉਸੇ ਕਰਕੇ ਹੀ ਤਾਂ ਕਿਸਾਨ ਨੂੰ MSP ਮਿਲਦੀ ਹੈ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੁੰਦੀ ਆ ਜੀ। ਇਹ ਤੁਹਾਨੂੰ ਕਰਨ ਦੀ ਕੀ ਜ਼ਰੂਰਤ? ਕੁਛ ਨਹੀਂ ਬੋਲ ਰਹੇ ਜੀ, ਕੋਈ ਜਵਾਬ ਨਹੀਂ ਹੈ। ਤੀਸਰਾ ਕੀਤਾ ਕਿਸਾਨ ਸੱਤਾ ਤੇ ਵਿਸ਼ਵਾਸ ਖੇਤੀ ਸੇਵਾਵਾਂ ਆਰਡੀਨੈਂਸ। ਨਾਂ ਬਹੁਤ ਵਧੀਆ ਜੀ, ਇਹ BJP ਵਾਲੇ ਔਰ ਅਕਾਲੀ ਦਲ ਵਾਲੇ ਬਣਾਉਂਦੇ ਆ। ਇਹ ਕੀਤਾ ਕਿ ਕਿਸਾਨਾਂ ਦੀ ਜਿਹੜੀ ਆ, ਪੰਜਾਬ ਦਾ 85% ਉਹੀ ਛੋਟਾ ਕਿਸਾਨ ਆ, ਕਿ ਇਹਨਾਂ ਦੀਆਂ ਜ਼ਮੀਨਾਂ ਹੁਣ ਵੱਡੇ ਲੋਕ ਕੰਟਰੈਕਟ ਤੇ ਲੈ ਸਕਣ। ਉਹ ਕਾਨੂੰਨ ਦਾ ਸੋਧ ਕਰਤਾ, ਜਿਹੜਾ ਮਰਜ਼ੀ ਇਹਨਾਂ ਦੀ ਜ਼ਮੀਨ ਠੇਕੇ ਤੇ ਲੈ ਲਿਆ ਕਰੇ, ਜੋ ਮਰਜ਼ੀ ਕਰਦਾ ਰਹੇ ਜੀ। ਇਹ 3 ਕਾਨੂੰਨ ਸੋਧੇ ਆ। ਸਵਾਲ ਇਹ ਆ ਕਿ ਮੰਡੀਆਂ ਕਰਕੇ ਹੀ ਪਿਛਲੇ 50 ਸਾਲ ਤੋਂ 55 ਸਾਲ ਤੋਂ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਆ ਉਹਨੂੰ MSP ਮਿਲ ਰਹੀ ਆ, ਭਾਅ ਉਹਨੂੰ ਮਿਲਦਾ ਹੈਗਾ ਜੀ। ਅੱਛਾ, ਮੰਡੀਆਂ ਬਣਾਈਆਂ ਕਿਉਂ ਸੀ? 1965 'ਚ FCI ਨੂੰ ਪੈਦਾ ਕੀਤਾ ਸੀ ਜੀ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ। ਕਿਉਂ ਪੈਦਾ ਕੀਤਾ ਸੀ? ਕਿਉਂਕਿ ਉਸ ਵੇਲੇ ਆਪਾਂ ਸ਼ਿਪ ਟੂ ਮਾਊਥ ਕਹਿੰਦੇ ਸੀ, ਇੰਡੀਆ ਇਜ਼ ਔਨ ਸ਼ਿਪ ਟੂ ਮਾਊਥ, ਕਿ ਜਹਾਜ਼ ਕੋਈ ਭਰਿਆ ਆਉਂਦਾ PL40 ਏਅਰ ਕਣਕ ਦਾ ਤੇ ਫਿਰ ਆਪਾਂ ਦੇ ਵੰਡਿਆ ਜਾਂਦਾ। ਇਹ ਆਪਣੀ ਮੁਲਕ ਦੀ ਹਾਲਤ ਸੀ। ਉਦੋਂ ਪੰਜਾਬ ਨੂੰ, ਇੱਥੋਂ ਦੇ ਜ਼ਿਮੀਂਦਾਰ ਨੂੰ ਇੱਥੇ ਅੱਗੇ ਲਾਇਆ ਕਿ ਭਾਈ ਤੁਸੀਂ ਕੰਮ ਕਰੋ, ਅਸੀਂ ਤੁਹਾਡੀ ਉਪਜ ਘੱਟੋ ਘੱਟ ਪ੍ਰਾਈਸ ਕਰਕੇ ਔਰ ਤੁਹਾਨੂੰ ਫਾਇਦਾ ਹੋ ਉਹ ਪੈਦਾ ਕਰੋ।
ਜੀ ਪੰਜਾਬ ਦਾ ਜ਼ਿਮੀਂਦਾਰ ਠੰਡਾਂ 'ਚ ਗਰਮੀਆਂ 'ਚ ਪਾਣੀ 'ਚ ਜਦੋਂ ਰਾਤ ਨੂੰ ਬਰਫ਼ ਜੰਮੀ ਹੁੰਦੀ ਆ ਪਹਾੜਾਂ ਪੂੜਾਂ 'ਚ ਤਾਂ ਇਹ ਵਿਚਾਰਾ ਖੇਤਾਂ 'ਚ ਤੁਰਿਆ ਫਿਰਦਾ, ਉਦੋਂ ਕਣਕ 'ਚ ਤੁਰਿਆ ਫਿਰਦਾ ਹੁੰਦਾ ਜੀ। ਠੀਕ ਹੈ। ਹੁਣ ਇਸ ਵੇਲੇ ਆਪਣੀ ਹਾਲਤ ਹੋ ਗਈ ਹੈ ਵੀ ਕਣਕ ਵੀ ਔਰ ਆਪਣੇ ਕੋਲ ਚੌਲ ਵੀ, ਝੋਨਾ ਜਿਹਨੂੰ ਪਹਿਲਾਂ ਝੋਨਾ ਕਹੀਦਾ, ਫਿਰ ਜਦੋਂ ਉਹਦੀ ਆਪਾਂ ਕੱਢ ਦਿੰਦੇ ਹਾਂ ਛਿਲਕਾ ਤੇ ਚੌਲ ਬਣ ਜਾਂਦਾ, ਉਹ ਹੁਣ ਆਪਾਂ ਸਰਪਲਸ ਹੋ ਗਿਆ ਕੰਟਰੀ 'ਚ ਜੀ। ਆਪਾਂ ਹੁਣ ਐਕਸਪੋਰਟ ਵੀ ਕਰਦੇ ਹਾਂ ਜੀ। ਤੇ ਕਹਿੰਦੇ ਹੁਣ ਜੀ ਸਾਨੂੰ ਜ਼ਿਮੀਂਦਾਰ ਤੋਂ ਇਹ ਖਰੀਦਣ ਦੀ ਜ਼ਰੂਰਤ ਨਹੀਂ ਆ ਜੀ। ਅੱਛਾ, ਇਹ ਜ਼ਿਮੀਂਦਾਰ ਕਿੱਥੇ ਜਾਊਗਾ ਜੀ? ਠੀਕ ਹੈ ਜੀ। ਜੀ। ਇਹਨਾਂ ਦੀ ਪਲਾਨਿੰਗ ਇਹ ਆ, ਬੜੀ ਸਿੰਪਲ ਪਲਾਨਿੰਗ ਆ ਕਿ ਸਰਕਾਰੀ ਮੰਡੀਆਂ ਨੂੰ ਡਿਸਮੈਂਟਲ ਕਰਾਓ, ਕਿਉਂਕਿ ਜਦੋਂ ਜਿਹੜਾ ਵਪਾਰੀ ਵੱਡਾ ਉਹ ਕਰੂਗਾ ਕੀ ਹੁਣ ਤੁਹਾਨੂੰ ਜੀ, ਉਹਨੇ 8.5% ਟੈਕਸ ਮੰਡੀ 'ਚ ਆਉਣਾ ਨਹੀਂ, ਦੇਣਾ ਨਹੀਂ ਆ ਜੀ, ਤੇ 8.5% ਉਹਨੂੰ 100 ਰੁਪਏ ਪਿੱਛੇ ਬਚ ਗਿਆ ਜੀ। ਉਹ ਹੁਣ ਕੀ ਕਰੂਗਾ ਕਿ ਕਿਸਾਨ ਨੂੰ ਕਹੂਗਾ ਤੇਰੀ MSP ਤੋਂ ਮੈਂ 100 ਰੁਪਇਆ ਜ਼ਿਆਦਾ ਦਿੰਨਾ ਜੀ, ਤੂੰ ਬਾਹਰ ਵੇਚ, ਤੂੰ ਮੰਡੀ 'ਚ ਕਿਉਂ ਜਾਣਾ ਜੀ। ਹੌਲੀ ਹੌਲੀ ਕਿਸਾਨ ਵਿਚਾਰਾ ਸਿੱਧਾ ਸਾਦਾ ਆਦਮੀ ਜਿੱਥੇ 50-100 ਜ਼ਿਆਦਾ ਮਿਲਿਆ ਉਹਨੇ ਵੇਚ ਦੇਣਾ। ਠੀਕ ਹੈ ਜੀ। ਪਹਿਲਾਂ ਤਾਂ ਕੁਝ ਸਮਾਂ MSP ਜਾਰੀ ਰੱਖਣਗੇ ਜੀ। ਜਦੋਂ ਆਪਣਾ ਸਰਕਾਰੀ ਸਿਸਟਮ ਦਾ ਬਿਲਕੁਲ ਪੱਠਾ ਬੈਠ ਗਿਆ, ਮੈਂ CMD FCI ਰਿਹਾ, ਮੈਂ ਬਿਹਾਰ ਦਾ ਜਦੋਂ ਉਹਨਾਂ ਨੇ ਮੰਡੀਆਂ ਖਤਮ ਕੀਤੀਆਂ ਸੀ ਆਪ ਦੇਖਣ ਗਿਆ ਸੀ 2006 ਚ ਜੀ। ਆ ਨਤੀਸ਼ ਕੁਮਾਰ ਜੀ ਨੂੰ ਸੁਸ਼ਾਸਨ ਬਾਬੂ ਬੋਲਦੇ ਆ, ਉਹ ਮੈਂ CMD FCI ਸੀ 11-12 ਚ ਉੱਥੇ ਦੇਖਣ ਗਿਆ। ਕਹਿੰਦੇ ਜੀ ਉਹਨਾਂ ਨੇ ਤਾਂ ਐਕਟ ਖਤਮ ਕਰਤਾ, ਐਗਰੀਕਲਚਰ ਪ੍ਰੋਡਿਊਸ ਐਕਟ ਹੈ ਆਪਣਾ, APMC ਐਕਟ ਹੈਗਾ ਹਰ ਸਟੇਟ ਦਾ ਹੁੰਦਾ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਇਹ ਉਹਦਾ ਨਾਮ ਆ, ਉਹ ਸਾਰੀਆਂ ਸਟੇਟਾਂ 'ਚ ਹੈਗਾ। ਉਹਨਾਂ ਨੇ 2006 ਚ ਖਤਮ ਕਰਤਾ, ਮੈਂ ਆਪ ਦੇਖਣ ਗਿਆ ਜੀ। ਉਦੋਂ 1150 ਰੁਪਏ ਝੋਨੇ ਦਾ ਭਾਅ ਸੀ, ਉੱਥੇ 600-700 ਰੁਪਏ ਵਿਕ ਰਿਹਾ, ਮੈਂ ਆਪ ਦੇਖਿਆ। ਨਾ ਕੋਈ ਮੰਡੀ ਕੱਚੇ ਥਾਂ ਤੇ ਜ਼ਿਮੀਂਦਾਰ ਲਿਆਈ ਜਾਂਦਾ, ਕੋਈ ਉਹ ਵਪਾਰੀ ਲੈ ਗਿਆ, ਕੋਈ ਲੈ ਗਿਆ, ਫਲਾਣਾ ਲੈ ਗਿਆ, ਮਤਲਬ ਅੱਧੇ ਭਾਅ ਤੇ ਵਿਕਦਾ ਸੀ ਜੀ। ਲਖਨਊ 'ਚ ਮੈਂ ਗਿਆ, ਉਦੋਂ ਕਣਕ ਦਾ ਸੀਜ਼ਨ ਸੀ, ਮੇਰੇ ਖਿਆਲ 2011 ਦੀ ਗੱਲ ਹੈ ਜੀ ਜਾਂ 12 ਦੀ, ਹੁਣ ਇੰਨੇ ਸਾਲ ਹੋ ਗਏ ਆ। ਉੱਥੇ ਜਦੋਂ 1150-1200 MSP ਦੀ ਕਣਕ ਦੀ 800-850 ਦੇ ਜ਼ਿਮੀਂਦਾਰ ਵੇਚੀ ਜਾ ਰਹੇ ਸੀ ਜੀ। ਇਹ ਤਾਂ ਹਿੰਦੁਸਤਾਨ 'ਚ ਕਿਸੇ ਕੋਨੇ 'ਚ MSP ਮਿਲਦਾ ਨਹੀਂ ਆ। ਪੰਜਾਬ ਇੱਕ ਉਹ ਸੂਬਾ ਜਿੱਥੇ ਸਰਕਾਰ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਸਾਨ ਨੂੰ ਜੀ ਦਵਾਉਂਦੀ ਆ ਜੀ। ਹੁਣ ਇਹਨਾਂ ਦੀ ਪਲਾਨਿੰਗ ਹੈ ਕਿ ਪੰਜਾਬ ਦੀਆਂ ਜਿਹੜੀ, ਕਿਉਂਕਿ BJP ਦੀ ਸਰਕਾਰ ਆਪਣਾ ਹਰਿਆਣੇ ਜੀ, ਉਹ ਤਾਂ ਚੀਫ ਮਿਨਿਸਟਰ ਸਾਹਿਬ ਕਹਿੰਦੇ ਨਹੀਂ ਜੀ ਇਹਦੇ ਵਰਗਾ ਕੋਈ ਕੰਮ ਹੀ ਨਹੀਂ ਹੋ ਸਕਦਾ। ਚਲੋ ਉਹਨਾਂ ਨੇ ਤਾਂ ਹੁਣ ਆਪਣੇ ਜ਼ਿਮੀਂਦਾਰ ਦਾ ਨੁਕਸਾਨ ਕਰਨਾ ਹੀ ਕਰਨਾ ਜੀ। ਇੱਥੇ ਜਿਹੜਾ ਹੈਗਾ, ਇੱਥੇ ਦੇਖੋ ਸਾਡੇ ਮੁੱਖ ਮੰਤਰੀ ਜੀ ਸਾਰੇ ਹਿੰਦੁਸਤਾਨ ਸਭ ਤੋਂ ਪਹਿਲਾਂ ਉਹਨਾਂ ਨੇ ਰਿਐਕਸ਼ਨ ਦਿੱਤਾ ਜੀ। ਉਹਨਾਂ ਨੇ ਕਿਹਾ ਇਹ ਆਰਡੀਨੈਂਸ ਤੁਸੀਂ ਪੰਜਾਬ ਦਾ ਕਿਸਾਨ ਦਾ ਸਤਿਆਨਾਸ਼ ਕਰ ਰਹੇ ਹੋ ਜੀ। ਠੀਕ ਹੈ। ਤੇ ਪਲਾਨਿੰਗ ਇਹ, ਅੱਛਾ ਇਹਨਾਂ ਦੀ ਤਾਂ ਪਲਾਨਿੰਗ ਸ਼ੁਰੂ ਤੋਂ 2014 ਜਦੋਂ ਇਸ ਮੋਦੀ ਸਾਹਿਬ ਦੀ ਸਰਕਾਰ ਬਣੀ ਸੀ, ਇਹਨਾਂ ਨੇ ਬਣਦਿਆਂ ਹੀ ਜੀ ਇੱਕ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀ, ਅਗਰ ਤੁਹਾਨੂੰ ਯਾਦ ਹੋਵੇ ਜੀ। ਸ਼ਾਂਤਾ ਕੁਮਾਰ ਜੀ ਚੀਫ ਮਿਨਿਸਟਰ ਰਹੇ ਹਿਮਾਚਲ ਦੇ ਜੀ। ਉਹਨਾਂ ਦੀ ਅਧਿਕਸ਼ਤਾ ਇੱਕ ਕਮੇਟੀ ਬਣਾਈ, ਕਮੇਟੀ ਨੇ ਰეკਮੈਂਡ ਕੀਤਾ ਕਿ ਤੁਸੀਂ ਜੀ FCI ਬੰਦ ਕਰੋ। ਓਕੇ, FCI ਦਾ ਖਰਚਾ ਬਹੁਤ ਹੁੰਦਾ, ਇਹਨੂੰ ਬੰਦ ਕਰੋ ਜੀ, ਇਹਦਾ ਕੋਈ ਰੱਖਣ ਦਾ ਮਤਲਬ ਨਹੀਂ ਹੈ। ਇਹ ਉਸ ਜ਼ਮਾਨੇ 'ਚ ਸੀ ਜਦੋਂ ਆਪਣਾ ਬਹੁਤ ਕੋਈ ਘਾਟਾ ਹੁੰਦਾ ਸੀ, ਉਦੋਂ ਹੁੰਦਾ ਸੀ, ਹੁਣ ਇਹਦੀ ਕੋਈ ਜ਼ਰੂਰਤ ਨਹੀਂ ਜੀ। ਇਹਨਾਂ ਦੀ ਮਨਸ਼ਾ ਤਾਂ ਬੜੀ ਸਪਸ਼ਟ ਹੈਗੀ ਆ ਜੀ, ਮਨਸ਼ਾ ਤਾਂ ਬਹੁਤ ਸਪਸ਼ਟ ਹੈਗੀ ਆ ਕਿ FCI ਬੰਦ ਕਰਨੀ ਆ ਜੀ, ਲੇਕਿਨ ਸਿੱਧਾ ਕੁਝ ਨਹੀਂ ਕਰਨਾ ਚਾਹੁੰਦੇ ਜੀ। ਇਹ ਅੱਛਾ ਦੇਖੋ, ਇਹਦੇ 'ਚ ਕੇਂਦਰ ਦੇ ਜਿਹੜੇ ਆਪਣੇ ਐਗਰੀਕਲਚਰ ਮਿਨਿਸਟਰ ਉਹਨਾਂ ਬਿਆਨ ਦਿੱਤਾ, ਅਕਾਲੀ ਦਲ ਦੇ ਵੱਡੇ ਲੀਡਰ ਕਿ ਜੀ MSP ਦਾ ਤਾਂ ਕਿਤੇ ਨਾਂ ਹੀ ਨਹੀਂ ਹੈਗਾ ਜੀ। ਇਹੀ ਤਾਂ ਖੇਲ ਆ। ਸਾਡਾ ਸਵਾਲ ਹੈ ਕਿ ਜੇ ਤੁਸੀਂ MSP ਲਈ ਤੁਸੀਂ ਸਿੰਸੀਅਰ ਹੋ ਜੀ, ਤੇ ਜਿਹੜਾ ਤੁਸੀਂ ਮੰਡੀਆਂ ਤੋਂ ਬਾਹਰ ਵੀ ਕੋਈ ਖਰੀਦਣਾ ਚਾਹੁੰਦਾ ਤੇ ਉੱਥੇ ਲਿਖ ਦੇ ਜੀ ਕਿ ਕੋਈ ਵੀ ਆਦਮੀ ਇੱਕ ਦਾਣਾ ਅਗਰ MSP ਤੋਂ ਘੱਟ ਖਰੀਦੂਗਾ ਤੇ ਉਹਦੇ ਤੇ ਕ੍ਰਿਮੀਨਲ ਕੇਸ ਫਾਈਲ ਹੋਊਗਾ। ਕਿਸੇ ਨੂੰ ਤੁਸੀਂ ਤਾਂ ਓਪਨ ਛੱਡਦਾ, ਉਹ ਬੰਦਾ MSP ਦੇ ਦਵੇ ਘੱਟ ਲਵੇ, ਔਰ ਕਰਨਾ ਕੀ ਹੈ ਕਿ ਥੋੜੇ ਦਿਨਾਂ 'ਚ ਆ ਮੰਡੀਆਂ ਖਤਮ ਕਰਾਉਣੀਆਂ ਨੇ, ਕਿਉਂਕਿ ਉੱਥੇ ਜ਼ਿਮੀਂਦਾਰਾਂ ਨੇ ਆਉਣਾ ਨਹੀਂ ਆ, ਹੌਲੀ ਹੌਲੀ ਘਟ ਜਾਣਗੇ ਔਰ ਬਾਅਦ 'ਚ ਫਿਰ ਪ੍ਰਾਈਵੇਟ ਆਦਮੀ, ਅੱਛਾ ਉਹਨਾਂ ਨੂੰ ਪਹਿਲਾਂ ਹੀ ਸਟਾਕ ਲਿਮਿਟ ਖਤਮ ਕਰਤੀ ਆ ਜੀ,
ਔਰ ਗਾਂ ਤੋਂ ਉਹ ਕਰਨਗੇ ਕੀ? ਬਹੁਤ ਵੱਡੇ ਸਰਮਾਏਦਾਰ ਹੁੰਦੇ ਆ ਔਰ ਇੰਟਰਨੈਸ਼ਨਲ ਕੰਪਨੀਆਂ ਇੱਥੇ ਆਉਣਗੀਆਂ। ਉਹ ਕਰਨਗੇ ਕੀ ਕਿ ਜਦੋਂ ਫਸਲ ਆਉਂਦੀ ਆ ਜੀ ਉਦੋਂ ਸਸਤੀ ਖਰੀਦ ਲਿਆ ਕਰਨਗੇ, ਜਦੋਂ ਘੱਟ ਹੋਇਆ ਕਰੂਗੀ ਉਦੋਂ ਫਿਰ ਛੱਡ ਦਿਆ ਕਰਨਗੇ ਜੀ। ਇਹ ਤਾਂ ਬਹੁਤ ਵੱਡਾ ਖੇਲ ਆ ਕੇਂਦਰ ਦੀ ਸਰਕਾਰ ਦਾ ਔਰ ਕਿਸਾਨਾਂ ਦਾ ਬਹੁਤ ਵੱਡਾ ਇਹਨਾਂ ਨੇ ਨੁਕਸਾਨ ਕਰਨਾ, ਥੋੜਾ ਬਹੁਤ ਨਹੀਂ। ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ, ਕਹਿ ਸਕਦੇ ਵੀ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਕੀਤੇ ਇਹਨਾਂ ਨੇ, ਜਿਵੇਂ ਇਹਨਾਂ ਨੇ ਬਿਲਕੁਲ 3 ਨਿਸ਼ਾਨੇ ਕੀਤੇ ਔਰ ਜ਼ਿਮੀਂਦਾਰ ਨੂੰ ਬਿਲਕੁਲ ਇਹਨਾਂ ਨੇ ਉਹਦੀ ਜਿਹੜੀ ਰੋਜ਼ੀ ਰੋਟੀ ਆ ਖੋਣ ਦਾ ਕੰਮ ਕੀਤਾ। ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਬੀਜੇਪੀ ਦੀ, ਆਪਾਂ ਗੱਲ ਕੀਤੀ ਜਾਵੇ ਤਾਂ ਕੱਲਾ ਇਹੀ ਆਰਡੀਨੈਂਸ ਨਹੀਂ ਪਾਸ ਕੀਤਾ, ਪਿੱਛੇ ਹੋਰ ਕਈ ਆਰਡੀਨੈਂਸ ਵੀ ਪਾਸ ਕੀਤਾ ਗਏ, ਕਾਨੂੰਨ ਪਾਸ ਕੀਤੇ ਜੇ ਭਾਵੇਂ ਪਾਰਲੀਮੈਂਟ ਦੇ ਵਿੱਚ ਹੋ ਕੇ ਆ। ਉਹ ਬੀਜੇਪੀ ਕਿਸੇ ਦੀ ਗੱਲ ਨਹੀਂ ਸੁਣ ਕੇ ਰਾਜੀ, ਪਰ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹ ਤਾਂ ਇਹ ਕਹਿ ਰਹੇ ਨੇ ਜੀ ਕੋਈ ਕਿਸਾਨਾਂ ਦਾ ਘਾਟਾ ਨਹੀਂ ਹੋ ਰਿਹਾ, ਮੈਂ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਜੀ। ਦੇਖੋ ਮੈਂ ਉਹਨਾਂ ਦੇ ਬਿਆਨ ਤੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਉਹ, ਲੇਕਿਨ ਸਵਾਲ ਤਾਂ ਇਹ ਆ ਕਿ ਕਰੋਨਾ 'ਚ ਇਹ ਆਰਡੀਨੈਂਸ ਦੀ ਐਮਰਜੈਂਸੀ ਕੀ ਆ ਜੀ, ਦੱਸੋ ਤਾਂ ਸਹੀ ਨਾ। ਬਿਲਕੁਲ। ਅੱਛਾ ਐਗਰੀਕਲਚਰ ਠੀਕ ਚੱਲ ਰਹੀ ਹੈ, ਤੁਸੀਂ ਆਪ ਕਹਿੰਦੇ ਹੋ, ਔਰ ਸਰਕਾਰੀ ਮੰਡੀਆਂ ਤੁਹਾਨੂੰ ਖਤਮ ਕਰਨ ਦੇ ਕਦਮ ਕਿਉਂ ਚੁੱਕ ਰਹੇ ਹੋ ਜੀ? ਇਹਦੇ ਨਾਲ ਜਿਹੜੇ ਪਿੰਡ ਜੁੜੇ ਸੀ ਕਿਉਂ ਖਤਮ ਕਰ ਰਹੇ ਹੋ ਜੀ? ਔਰ ਬਾਹਰ ਵਾਲੇ ਬੰਦੇ ਤੇ ਟੈਕਸ ਕਿਉਂ ਨਹੀਂ ਲਾ ਰਹੇ? ਔਰ ਤੁਸੀਂ ਐਮਐਸਪੀ ਦਾ ਇੱਕ ਸ਼ਬਦ ਦਾ ਉਪਯੋਗ ਨਹੀਂ ਕੀਤਾ ਜੀ। ਕੀ ਮਤਲਬ ਹੈਗਾ ਕਿ ਬਈ ਦੇਣੀ ਦੇ ਦਿਓ, ਨਹੀਂ ਦੇਣੀ ਤਾਂ ਨਾ ਦਿਓ। ਇੱਕ ਆਪਣਾ ਜਿਹੜਾ ਮੰਡੀ ਬੋਰਡ ਆ ਉਹਦੇ ਨਾਲ ਆਪਣੇ ਪਿੰਡੂ ਵਿਕਾਸ ਬਹੁਤ ਹੁੰਦਾ, ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕੀਤੀ ਆ, ਕਿੰਨਾ ਕੁ ਪ੍ਰਭਾਵ ਪਏਗਾ ਉਸ ਚੀਜ਼ ਦਾ? ਦੇਖੋ 4000 ਕਰੋੜ ਦੇ 3.5 ਤੋਂ 4000 ਕਰੋੜ ਪੰਜਾਬ 'ਚ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਆਉਂਦਾ। ਆ ਜਿਹੜੀਆਂ ਪਿੰਡਾਂ ਦੀਆਂ ਜਿੰਨੀਆਂ ਸੜਕਾਂ ਬਣਦੀਆਂ, ਮੰਡੀਆਂ ਬਣਦੀਆਂ ਨੇ, ਆ ਜਿੰਨੇ ਸ਼ੈੱਡ ਬਣਦੇ ਆ, ਸਾਰਾ ਕੁਝ ਹੁੰਦਾ, ਫਰਸ਼ ਬਣਦੇ ਆ ਜਿੱਥੇ ਕਰਦੇ ਆ, ਇਹ ਸਾਰਾ ਉਹ ਟੈਕਸ ਤੋਂ ਪੈਸਾ ਆਉਂਦਾ ਹੈਗਾ। ਅੱਛਾ ਪੰਜਾਬ ਨੂੰ 4000 ਕਰੋੜ ਦਾ ਸਿੱਧਾ ਨੁਕਸਾਨ ਹੋ ਜਾਣਾ। ਔਰ ਜ਼ਿਮੀਂਦਾਰ ਦਾ ਤਾਂ ਇਹਨਾਂ ਨੇ ਐ ਨਹੀਂ ਹੈ ਕਿ ਇੱਕ ਦਿਨ 'ਚ ਕਰ ਦੇਣਾ, ਇਹਨਾਂ ਨੇ ਪਲਾਨਿੰਗ ਇਹ ਕੀਤੀ ਹੈ ਕਿ ਕੋਵਿਡ 'ਚ ਕੋਈ ਕਰੋਨਾ ਹੋਇਆ ਹੁਣ ਇਸ ਵੇਲੇ ਕੋਈ ਵੱਡਾ ਐਜੀਟੇਸ਼ਨ ਨਹੀਂ ਹੋਊਗਾ, ਲੋਕ ਇਕੱਠੇ ਨਹੀਂ ਹੋਣਗੇ, ਇਸ ਵੇਲੇ ਕਰ ਦਿਓ। ਅਰੇ ਭਾਈ ਕਰੋਨਾ 'ਚ ਤੁਸੀਂ ਕਰੋਨਾ ਦਾ ਕੋਈ ਆਰਡੀਨੈਂਸ ਲਿਆਓ ਤਾਂ ਉਹਦੀ ਸਮਝ ਆਉਂਦੀ ਆ। ਤੁਸੀਂ ਇਹ ਕਰੋ ਅਸੀਂ ਹਸਪਤਾਲ ਬਣਾਉਣੇ, ਉਹਦੇ ਲਈ ਜ਼ਮੀਨ ਲੈਣੀ ਆ, ਫਲਾਣਾ ਲੈਣਾ, ਆ ਅਸੀਂ ਜ਼ਬਰਦਸਤੀ ਜ਼ਮੀਨ ਐਕਵਾਇਰ ਕਰਨੀ ਆ, ਕਰਨਾ ਹਸਪੀਟਲ ਲਈ ਜੀ, ਕੋਵਿਡ ਲਈ। ਕੋਈ ਤੁਹਾਡਾ ਕਹੂਗਾ ਨਹੀਂ ਕਿ ਨਹੀਂ ਯਾਰ ਇਹ ਤਾਂ ਕਰੋਨਾ 'ਚ ਕੰਮ ਕਰ ਰਹੇ ਆ। ਉਹ ਤੁਸੀਂ ਕਰੋਨਾ ਦਾ ਤਾਂ ਕੋਈ ਨਾਮੋ ਨਿਸ਼ਾਨ ਨਹੀਂ, ਉਹਦੇ 'ਚ ਕੋਈ ਕੰਮ ਨਹੀਂ ਕੀਤਾ, ਪਾਰਲੀਮੈਂਟ ਤੁਸੀਂ ਬੁਲਾ ਨਹੀਂ ਰਹੇ ਹੈ, ਔਰ ਇਸ ਤਰੀਕੇ ਨਾਲ ਪਾਰਲੀਮੈਂਟ ਬਣਾਉਣਾ ਚਾਹੁੰਦੇ ਹੋ ਕਿ ਉੱਥੇ ਤੁਹਾਡੇ ਤੇ ਅਟੈਕ ਨਾ ਹੋਵੇ। ਪਤਾ ਨਹੀਂ ਕਿੰਨੇ ਆਰਡੀਨੈਂਸ ਕੱਢਤੇ, ਕਿੰਨੇ ਆਰਡਰ ਕੱਢਤੇ। ਇਹ ਤਾਂ ਭਾਈ ਸਿੰਗਲ ਆਦਮੀ ਦੀ ਸਰਕਾਰ ਚੱਲ ਰਹੀ ਹੈ, ਕੋਈ ਕਿਸੇ ਦੀ ਸੁਣਦੇ ਤਾਂ ਹੈ ਨਹੀਂ ਹੈ। ਡਾਕਟਰ ਤੁਸੀਂ ਗੱਲ ਕੀਤੀ ਆ ਪਾਰਲੀਮੈਂਟ ਦੀ ਗੱਲ ਕੀਤੀ ਆ, ਪੰਜਾਬ 'ਚ ਬੇਸ਼ੱਕ ਪੰਜਾਬ ਸਰਕਾਰ ਜਾਂ ਕਾਂਗਰਸ ਲੀਡਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਆਰਡੀਨੈਂਸ ਦਾ, ਪਰ ਜੇ ਕੇਂਦਰੀ ਲੈਵਲ ਤੇ ਗੱਲ ਕੀਤੀ ਜਾਵੇ, ਜਿਹੜੀ ਕੇਂਦਰੀ ਹਾਈ ਕਮਾਂਡ ਆ ਕਾਂਗਰਸ ਪਾਰਟੀ ਦੀ, ਭਾਵੇਂ ਪਾਰਲੀਮੈਂਟ 'ਚ ਬੰਦ ਆ, ਕੋਈ ਅਜਿਹੇ ਜੀ ਵਿਉਂਤਬੰਦੀ ਜਾਂ ਕੋਈ ਅਜਿਹਾ ਕੋਈ ਬਿਆਨ ਵੀ ਨਹੀਂ ਹਾਲ ਤੱਕ ਸਾਹਮਣੇ ਆ ਰਿਹਾ। ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਨੇ, ਮੈਂ ਬਹੁਤ ਧੰਨਵਾਦੀ, ਉਹਨਾਂ ਨੇ ਪਹਿਲੇ ਦਿਨ ਕੀਤਾ ਔਰ ਜਿੱਦਣ ਔਰ ਬਹੁਤ ਵਿਰੋਧ ਕੀਤਾ, ਫਿਰ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਨੇ ਆਪਣੀ ਵੀਡੀਓ ਕਾਨਫਰੰਸ ਕੀਤੀ ਔਰ ਉਹਨਾਂ ਨੇ ਜਦੋਂ ਮੰਗ ਕੀਤੀ, ਉਹਨਾਂ ਨੇ ਕਿਹਾ ਨਹੀਂ ਸਪੈਸ਼ਲ ਮੈਂ ਅਸੈਂਬਲੀ ਦਾ ਸੈਸ਼ਨ ਕਰੂੰਗਾ। ਆ ਕਰੋਨਾ ਹੈਗਾ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਬੈਠਣ ਬੁੱਠਣ ਦੀ ਤਕਲੀਫ ਹੋਣੀ ਆ, ਉਹ ਸਪੈਸ਼ਲ ਸੈਸ਼ਨ ਕਰਨਗੇ। ਮੈਂ ਵੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਪੈਸ਼ਲ ਸੈਸ਼ਨ ਪੰਜਾਬ ਦਾ ਕਰਕੇ ਇਹਦੇ 'ਚ ਸਾਡੇ ਜਿਹੜੇ ਐਕਟ ਹੈਗਾ APMC ਐਕਟ, ਉਹਨੂੰ ਬਚਾਉਣ ਲਈ ਔਰ ਸਾਰਾ ਕਿਸਾਨਾਂ ਦੇ ਹੱਕਾਂ ਨੂੰ ਬਚਾਉਣ ਲਈ ਆਪਾਂ ਪੰਜਾਬ ਦੀ ਵਿਧਾਨ ਸਭਾ 'ਚ ਮਤਾ ਪਾਸ ਕਰੀਏ, ਕਿਉਂਕਿ ਉੱਥੇ ਤਾਂ ਉਹਨਾਂ ਦੀ ਇੰਨੀ ਮੈਜੋਰਿਟੀ ਆ, ਜੋ ਚਾਹਣਗੇ ਹੋਊਗਾ। ਔਰ ਇਹਨਾਂ ਦਾ ਮੈਂ ਤਾਂ ਉਹਨਾਂ ਤੇ ਇਹ ਵੀ ਐਲੀਗੇਸ਼ਨ ਲਾਉਣਾ ਚਾਹੁੰਦਾ ਹੈਗਾ ਕੇਂਦਰ ਸਰਕਾਰ ਤੇ ਕਿ ਇਹ ਕੀ ਆ ਕਿ ਇਹ 2014-15 'ਚ ਪ੍ਰਧਾਨ ਮੰਤਰੀ ਜੀ ਅਮਰੀਕਾ ਗਏ ਸੀ, ਉੱਥੇ ਇਹਨਾਂ ਤੇ ਬਹੁਤ ਪ੍ਰੈਸ਼ਰ ਬਣਿਆ ਕਿ ਬਈ ਤੁਸੀਂ ਆ ਜਿਹੜਾ ਆ ਕਣਕ ਝੋਨੇ ਤੇ ਚੌਲਾਂ ਤੇ ਇਹਨਾਂ ਸਬਸਿਡੀ ਦਿੰਦੇ ਹੋ, ਇਹਨੂੰ ਬੰਦ ਕਰੋ ਜੀ। ਅੱਛਾ ਬਹੁਤ ਦੇਰ ਦਾ ਪ੍ਰੈਸ਼ਰ ਆ ਇਹ, ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਵੀ ਪ੍ਰੈਸ਼ਰ ਹੁੰਦਾ ਸੀ ਕਿ ਇਹ ਕਿਸਾਨਾਂ ਨੂੰ ਤੁਸੀਂ ਜਿਹੜੀ ਸਬਸਿਡੀਆਂ ਦੇ ਰਹੇ ਹੋ ਬੰਦ ਕਰੋ, ਪਰ ਕਦੇ ਵੀ UPA ਸਰਕਾਰ ਨੇ ਇਹ ਕੰਮ ਨਹੀਂ ਸੀ, ਇਹ ਕਦਮ ਨਹੀਂ ਸੀ ਚੁੱਕਿਆ। ਇਹਨਾਂ ਨੇ ਮੇਰੀ ਜਿੱਥੋਂ ਤੱਕ ਜਾਣਕਾਰੀ ਆ, ਮੈਂ ਕੋਈ ਕਾਗਜ਼ ਨਹੀਂ ਦੇਖੇ ਹੈਗੇ ਕਿਉਂਕਿ ਮੇਰੇ ਕੋਲ ਕੋਈ ਪੇਪਰ ਤਾਂ ਹੈ ਨਹੀਂ, ਲੇਕਿਨ ਇਹਨੇ ਪ੍ਰੋਮਿਸ ਕਰਕੇ ਆਏ ਸੀ ਮੇਰਾ 19 ਵਾਲਾ ਇਲੈਕਸ਼ਨ ਨਿਕਲਣ ਦਿਓ ਪਾਰਲੀਮੈਂਟ ਵਾਲਾ, ਮੈਂ ਤੁਹਾਨੂੰ ਜਿਵੇਂ ਚਾਹੁੰਦੇ ਹੋ ਕਰਕੇ ਦਿਖਾਊਂਗਾ। ਇਹ ਉਸੇ ਹਿਸਾਬ ਨਾਲ ਉਹਨਾਂ ਆਰਡੀਨੈਂਸ ਕੀਤੇ ਆ WTO ਦੇ ਹਿਸਾਬ ਨਾਲ, ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ। ਔਰ ਵੱਡੀਆਂ ਕੰਪਨੀਆਂ ਦੇ ਜਿਹੜੇ ਰੋਜ਼ ਕਹਿੰਦੇ ਆ ਕਿ ਮੇਰੇ ਮੁਲਕ 'ਚ ਆ ਕੇ ਧੰਦਾ ਕਰ ਲਓ,
ਮੇਰੀ ਲੇਬਰ ਚੀਪ ਹੈਗੀ ਆ, ਇੱਥੇ ਆ ਕੇ ਧੰਦਾ ਕਰ ਲਓ। ਅਰੇ ਭਾਈ ਧੰਦਾ ਤਾਂ ਕਰ ਲਓ, ਪਰ ਸਾਡੀ ਲੇਬਰ ਦੀ ਕੋਈ ਲੇਬਰ ਵੀ ਵਧਾਓਗੇ ਕਿ ਇਹਨਾਂ ਨੂੰ ਇੰਨੀ ਘੱਟ ਲੇਬਰ ਤੇ ਇਹਨਾਂ ਨੂੰ ਬਾਹਰ ਵਾਲੀਆਂ ਕੰਪਨੀਆਂ ਤੋਂ ਇਹਨਾਂ ਨੂੰ ਕੰਮ ਕਰਾਉਣਾ ਹੈਗਾ। ਮੇਕ ਇਨ ਇੰਡੀਆ ਐਟ ਵਾਟ ਕਾਸਟ? ਜੀ ਸਾਡਾ ਤਾਂ ਲੇਬਰ ਦਾ ਐਕਸਪਲੋਇਟੇਸ਼ਨ ਹੋ ਰਿਹਾ, ਹਰ ਬੰਦੇ ਦਾ ਐਕਸਪਲੋਇਟੇਸ਼ਨ ਹੋ ਰਿਹਾ, ਔਰ ਇਹ ਸਾਰੀ ਦੁਨੀਆ 'ਚ ਢੋਂਡਾ ਰੋੜ ਪਿੱਟ ਰਿਹਾ ਕਿ ਮੇਰੀ ਲੇਬਰ ਨੂੰ ਜਿੰਨਾ ਮਰਜ਼ੀ ਐਕਸਪਲੋਇਟ ਕਰ ਲਓ। ਲੇਬਰ ਦੇ ਕਾਨੂੰਨਾਂ ਨੂੰ ਖਤਮ ਕਰਨ ਨੂੰ ਫਿਰਦੇ ਆ, ਜ਼ਿਮੀਂਦਾਰਾਂ ਨੂੰ ਖਤਮ ਕਰਤਾ ਹੈਗਾ। ਇਹ ਇਹਨਾਂ ਦਾ ਪੂਰੀ ਪਲਾਨਿੰਗ ਹੈ ਕਿ ਜ਼ਿਮੀਂਦਾਰ ਜਿਹੜਾ ਐਗਰੀਕਲਚਰ ਵਧੀਆ ਚੱਲ ਰਿਹਾ ਉਹਦਾ ਪੱਠਾ ਬਿਠਾਇਆ ਜਾਵੇ। ਔਰ ਮੈਂ ਇਹ ਕਹਿਣਾ ਚਾਹੁੰਦਾ ਜੀ, ਪਾਰਲੀਮੈਂਟ ਚੱਲੂਗੀ, ਪਾਰਲੀਮੈਂਟ 'ਚ ਵੀ ਇਹਨਾਂ ਦਾ ਬਹੁਤ ਵਿਰੋਧ ਕਰਾਂਗੇ। ਆ ਕਰੋਨਾ ਖਤਮ ਹੋ ਜੇ, ਸਾਰੇ ਹਿੰਦੁਸਤਾਨ ਔਰ ਸਭ ਤੋਂ ਪਹਿਲਾਂ ਪੰਜਾਬ ਦਾ ਕਿਸਾਨ ਸੜਕਾਂ ਤੇ ਆਊਗਾ, ਇਹਨਾਂ ਨੂੰ ਦੱਸਾਂਗੇ ਵੀ ਇਹਦਾ ਕੀ ਪਾਪ। ਜਿਵੇਂ ਕਿ ਸਰਕਾਰਾਂ ਕੇਂਦਰ ਦੀਆਂ ਬਣੀਆਂ ਨੇ, ਹਰੇਕ ਸਰਕਾਰ ਧੱਕਾ ਕਰਦੀ ਆਈ ਆ ਭਾਵੇਂ ਕਿਸੇ ਵੀ ਮੁੱਦੇ ਤੇ ਹੋਵੇ, ਪਰ ਜਿਹੜੀ ਆ ਡਿਕਟੇਟਰਸ਼ਿਪ ਮੋਦੀ ਸਰਕਾਰ ਵੇਲੇ ਆਈ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪਰ ਲੋਕਾਂ ਦਾ ਝੁਕਾਅ ਵੀ ਮੋਦੀ ਸਰਕਾਰ ਵੱਲ ਉਸੇ ਤਰ੍ਹਾਂ ਭਾਵੇਂ 14 ਦੀ ਗੱਲ ਕਰ ਲਈਏ, 19 ਇਲੈਕਸ਼ਨ ਦੀ ਗੱਲ ਕਰ ਲਈਏ। 19 'ਚ ਤਾਂ ਉਹ ਇਲੈਕਸ਼ਨ ਜਿੱਤੇ, ਆਪਾਂ ਉਹਨਾਂ ਦੇ ਉਸ ਮੈਂਡੇਟ ਨੂੰ ਆਪਾਂ ਕੁਐਸਚਨ ਨਹੀਂ ਕਰ ਸਕਦੇ। ਉਹ ਇਲੈਕਸ਼ਨ ਜਿੱਤੇ, ਦੇਖੋ ਇਹ ਤਾਂ ਡੈਮੋਕ੍ਰੇਸੀ ਆ, ਲੋਕਾਂ ਨੇ ਵੋਟ ਪਾਈ, ਇਲੈਕਸ਼ਨ ਜਿੱਤੇ ਆ। ਉਹਨਾਂ ਦਾ ਇੱਕ ਪਾਰਟਿਕੂਲਰ ਸਟਾਈਲ ਹੈ, ਉਹਦੇ ਤੇ ਮੈਂ ਨਹੀਂ, ਕਿਉਂਕਿ ਦੇਖੋ ਅਲਟੀਮੇਟਲੀ ਉਹ ਇਲੈਕਸ਼ਨ ਜਿੱਤੇ ਆ। ਲੇਕਿਨ ਆ ਜਿਹੜੇ ਮਸਲੇ ਆ, ਜਿਹੜੇ ਨੈਸ਼ਨਲ ਇੰਪੋਰਟੈਂਸ ਦੇ ਮਸਲੇ ਹੁੰਦੇ ਆ, ਉਹਨਾਂ ਤੇ ਪਾਰਲੀਮੈਂਟ 'ਚ ਪ੍ਰੋਪਰ ਡਿਸਕਸ਼ਨ ਕਰਾਉਣੀ ਚਾਹੀਦੀ ਆ। ਇਹਨਾਂ ਨੂੰ ਤਾਂ ਵੈਸੇ ਖਤਰਾ ਨਹੀਂ, ਕਿਉਂਕਿ 300 ਤੋਂ ਜ਼ਿਆਦਾ ਇਹਨਾਂ ਦੇ ਐਮਪੀ ਨੇ, ਕਾਨੂੰਨ ਤਾਂ ਇਹਨਾਂ ਨੇ ਪਾਸ ਕਰ ਹੀ ਲੈਣਾ ਹੈਗਾ। ਇਹਨਾਂ ਨੇ ਤਾਂ ਹਰ ਕਾਨੂੰਨ ਪਾਸ ਕਰ ਲਿਆ ਆਪਣੀ ਮਨਮਰਜ਼ੀ ਨਾਲ। ਪਰ ਫਿਰ ਵੀ ਪਾਰਲੀਮੈਂਟ 'ਚ ਜਦੋਂ ਡਿਸਕਸ਼ਨ ਹੁੰਦੀ ਆ, ਪ੍ਰੈਸ ਬੈਠੀ ਹੁੰਦੀ ਆ। ਹੁਣੇ ਮੈਨੂੰ ਪਤਾ ਲੱਗਿਆ ਕਿ ਇਸ ਹਿਸਾਬ ਨਾਲ ਪਾਰਲੀਮੈਂਟ ਬਣਾਉਣਾ ਚਾਹੁੰਦੇ ਆ ਕਿ ਜਿਵੇਂ ਤੁਹਾਡੇ ਵਰਗੇ ਲੋਕ ਉੱਥੇ ਨਾ ਦੇਖਣ, ਕਿ ਪ੍ਰੈਸ ਨਾ ਦੇਖੇ। ਅੱਛਾ, ਪ੍ਰੈਸ ਨਹੀਂ ਦੇਖੂਗੀ, ਅੰਦਰ ਕੀ ਹੋ ਰਿਹਾ ਕੀ ਪਤਾ ਲੱਗੂਗਾ? ਇਹ ਤਾਂ ਅਰੇ ਭਾਈ ਇਹ ਡੈਮੋਕ੍ਰੇਸੀ ਆ। ਤੁਸੀਂ ਤੁਹਾਡੀ ਮੈਜੋਰਿਟੀ ਆ, ਤੁਹਾਨੂੰ ਲੋਕਾਂ ਨੇ ਹੋਰ 5 ਸਾਲ ਲਈ ਚੁਣਿਆ, ਤੁਸੀਂ ਕਿਤੇ ਜਾਣਾ ਨਹੀਂ ਆ। ਪਰ ਸਾਡਾ ਹੱਕ ਹੈਗਾ, ਸਾਡਾ ਰਾਈਟ ਹੈਗਾ ਕਿ ਅਸੀਂ ਬੋਲੀਏ। ਤੁਸੀਂ ਸਾਡੀ ਗੱਲ ਸੁਣੋ, ਜੇ ਅਸੀਂ ਸਹੀ ਵਿਚਾਰ ਦਿੰਨੇ ਆ ਉੱਤੇ ਕੰਮ ਕਰੋ, ਨਹੀਂ ਤਾਂ ਤੁਹਾਡੀ ਮੈਜੋਰਿਟੀ ਆਪਣਾ ਕਾਨੂੰਨ ਪਾਸ ਕਰ ਲਓ, ਅਸੀਂ ਵਿਰੋਧ ਕਰਾਂਗੇ, ਤੁਸੀਂ ਆਪਣਾ ਪਾਸ ਕਰ ਲੈਣਾ। ਡਿਕਟੇਟਰਸ਼ਿਪ ਦੀ ਗੱਲ ਕੀਤੀ, ਆਪਾਂ ਥੋੜਾ ਜਿਹਾ ਤੋਂ ਹਟ ਕੇ ਵੀ ਗੱਲ ਕੀਤੀ ਜਾਵੇ ਤਾਂ ਮੱਧ ਪ੍ਰਦੇਸ਼ ਵਿੱਚ ਜੋ ਹੋਇਆ, ਜੋ ਕਰਨਾਟਕਾ ਵਿੱਚ ਹੋਇਆ, ਜਾਂ ਜੋ ਪਹਿਲਾਂ ਬਿਹਾਰ ਦੇ ਵਿੱਚ ਹੋਇਆ, ਲਾਲੂ ਤੇ ਨਿਤੀਸ਼ ਕੁਮਾਰ ਦੀ ਸਰਕਾਰ ਸੀ, ਮੁੜ ਕੇ ਬੀਜੇਪੀ ਨੇ ਬਣਾ ਲਈ, ਤੇ ਹੁਣ ਰਾਜਸਥਾਨ ਦੇ ਵਿੱਚ ਵੀ ਉਹੀ ਘਟਨਾਕ੍ਰਮ ਹੋ ਰਿਹਾ। ਕਿਵੇਂ ਦੇਖ ਰਹੇ ਹੋ ਤੁਸੀਂ? ਨਹੀਂ ਦੇਖੋ, ਇਹ ਤਾਂ ਦੇਖੋ ਉਹਨਾਂ ਦਾ ਆਪਣਾ ਇੱਕ ਪੋਲੀਟੀਕਲ ਸਟਾਈਲ ਹੈ। ਉਹ ਸਟੇਟਾਂ 'ਚ ਪਹਿਲਾਂ ਇਨਸਟੇਬਿਲਿਟੀ ਕਰਦੇ ਆ, ਵੀ ਉੱਥੇ ਅਸਥਿਰਤਾ ਪੈਦਾ ਕਰ ਦਿੰਦੇ ਆ। ਅਸਥਿਰਤਾ ਪੈਦਾ ਕਰਕੇ, ਅੱਛਾ ਬਹੁਤ ਸਾਰੇ ਲੋਕ ਹੁੰਦੇ ਆ ਜਦੋਂ ਸਿਚੁਏਸ਼ਨ ਸਟੇਬਲ ਨਹੀਂ ਹੁੰਦੀ, ਉਹ ਕਈ ਲੋਕ ਇੱਧਰ ਉੱਧਰ ਡਾਮਾਡੋਲ ਹੋ ਜਾਂਦੇ ਆ। ਇਹਨਾਂ ਦੀ ਤਾਂ ਰਾਜਨੀਤੀ ਆ ਨਾਰਥ ਈਸਟ 'ਚ ਸਾਰੀਆਂ ਜਿਹੜੀਆਂ ਜ਼ਿਆਦਾ ਮੈਜੋਰਿਟੀ ਸਰਕਾਰਾਂ ਨੇ, ਇਹਨਾਂ ਨੇ ਐਵੇਂ ਬਣਾਈਆਂ। ਗੋਆ ਦੀ ਸਰਕਾਰ ਐਵੇਂ ਬਣਾਈ, ਕਰਨਾਟਕਾ ਐਵੇਂ ਤੋੜੀ, ਮੱਧ ਪ੍ਰਦੇਸ਼ ਐਵੇਂ ਤੋੜੀ, ਹੋਰ ਵੀ ਇਹਨਾਂ ਦਾ ਪੰਜਾਬ 'ਚ ਵੀ ਅਜਿਹਾ ਖਤਰਾ ਲੱਗਦਾ ਜੀ। ਪੰਜਾਬ 'ਚ ਸਾਡੇ 80 ਐਮਐਲਏ 117 'ਚੋਂ ਇੱਥੇ ਸਾਡੇ ਨਾਲ ਕੀ ਕਰ ਲੈਣਗੇ? ਔਰ ਅਕਾਲੀ ਦਲ ਇਹਨਾਂ ਦਾ ਜਿਹੜਾ ਭਾਈਵਾਲ, ਉਹ ਸਾਡੇ ਤੋਂ ਇੰਨਾ ਪਿੱਛੇ ਹੈ, 14 ਤਾਂ ਉਹਨਾਂ ਦੇ ਐਮਐਲਏ, ਉਹ ਸਾਡੇ ਨਾਲ ਕੀ 80 ਵਾਲਿਆਂ ਨਾਲ ਕੀ। ਤੇ ਇੱਥੇ ਕੋਸ਼ਿਸ਼ ਨਹੀਂ ਕਰਦੇ, ਇਹ ਤਾਂ ਕੋਸ਼ਿਸ਼ ਉੱਥੇ ਕਰਦੇ ਜਿੱਥੇ 10-20 ਬੰਦੇ ਤੋੜ ਕੇ ਉਹਨੂੰ ਅਨਸਟੇਬਲ ਕਰ ਸਕਦੇ ਆ, ਤੇ ਅਨਸਟੇਬਲ ਕਰਕੇ ਫਿਰ ਉਹਦੇ ਅੱਗੇ ਵੱਧ ਜਾਂਦੇ ਹੈਗੇ। ਤੇ ਇਹ ਬਹੁਤ ਅਨਫੋਰਚੂਨੇਟ ਪਾਰਟ ਆ, ਦੁਰਭਾਗ ਆ ਇਸ ਮੁਲਕ ਦਾ ਕਿ ਕੇਂਦਰ 'ਚ ਇਹੋ ਜਿਹੀ ਸਰਕਾਰ ਬੈਠੀ ਆ ਜਿਹੜਾ ਫੈਡਰਲਿਜ਼ਮ ਨੂੰ ਤੋੜਦੇ। ਅੱਛਾ, ਆਰਡੀਨੈਂਸ ਇੱਕ ਗੱਲ ਕਹਿਣਾ ਭੁੱਲ ਗਿਆ, ਇਹ ਤਾਂ ਐਂਟੀ ਫੈਡਰਲ ਹੈਗੇ ਆ। ਐਗਰੀਕਲਚਰ ਸੰਵਿਧਾਨ 'ਚ ਲਿਖਿਆ ਹੋਇਆ ਕਿ ਸੂਬਿਆਂ ਦਾ ਹੱਕ ਹੈਗਾ, ਔਰ ਸੂਬੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਹੋਰ ਕੁਝ ਨਹੀਂ, ਤਾਂ ਪੰਜਾਬ ਮੇਨ ਸੂਬਾ ਐਗਰੀਕਲਚਰ ਦਾ, ਉਹਦੇ ਨਾਲ ਹੀ ਗੱਲ ਕਰ ਲੈਂਦੇ। ਇਹ ਤਾਂ ਬਿਲਕੁਲ ਡਿਕਟੇਟਰਸ਼ਿਪ ਔਰ ਐਂਟੀ ਫੈਡਰਲ ਕੰਮ ਕੀਤਾ। ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ, ਵਾਧੂ ਹੱਕਾਂ ਦੀ ਗੱਲ ਕੀਤੀ ਹੈ। ਅੱਜ ਅਕਾਲੀ ਦਲ ਦਾ ਸਟੈਂਡ ਕਿੱਦਾਂ ਨਜ਼ਰ ਨਹੀਂ ਆ ਰਿਹਾ? ਇਹ ਹੁਣ ਦੇਖੋ, ਉਹਨਾਂ ਨੂੰ ਸੋਚਣਾ ਚਾਹੀਦਾ। ਵੱਡੇ ਬਾਦਲ ਸਾਹਿਬ, ਸਰ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ ਜਦੋਂ ਕਾਂਗਰਸ ਹੁੰਦੀ ਸੀ ਕਹਿੰਦੇ ਸੀ ਕਿ ਇਹ ਸੂਬਿਆਂ ਦੇ ਹੱਕਾਂ 'ਚ ਦਖਲ ਕਰਦੇ ਆ। ਹੁਣ ਅੱਛਾ ਆਰਡੀਨੈਂਸ ਪਾਸ ਕਰਤੇ ਜਿਹੜੇ ਉਹਨਾਂ ਚੀਜ਼ਾਂ ਤੇ ਜਿਹਦੇ 'ਚ ਸਟੇਟਾਂ ਦਾ ਹੀ ਸੰਵਿਧਾਨ 'ਚ ਲਿਖਿਆ ਹੋਇਆ। ਜੇ ਹੁਣ ਉਹ ਚੁੱਪ ਰਹਿੰਦੇ ਤਾਂ ਮੇਰੇ ਖਿਆਲ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕੀ ਅਸੀਂ ਬਿਲਕੁਲ ਉਹਨਾਂ ਦਾ ਜਿਹੜਾ ਮੇਨ ਪੋਲੀਟੀਕਲ ਮੁੱਦਾ ਸੀ ਉਹ ਛੱਡਣਾ ਚਾਹੁੰਦੇ ਆ। ਜੇ ਉਹ ਛੱਡਣਾ ਚਾਹੁੰਦੇ ਆ ਤੇ ਦੇਖੋ ਉਹਨਾਂ ਨੂੰ ਕੋਈ ਕੀ ਕਹਿ ਸਕਦਾ ਹੈਗਾ। ਡਾਕਟਰ ਸਾਹਿਬ, ਆਖਰੀ ਸਵਾਲ ਲਊਂਗਾ ਤੁਹਾਡੇ ਤੋਂ ਪੰਜਾਬ ਬਾਰੇ। ਵਿਧਾਨ ਸਭਾ ਚੋਣ ਨੂੰ ਮੈਂ 1.5 ਸਾਲ ਦਾ ਸਮਾਂ ਬਾਕੀ ਰਹਿ ਗਿਆ ਤੇ ਉਤਲ ਪੁਤਲ ਹੋ ਰਹੀ ਹੈ। ਢੀਂਡਸਾ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ, ਬ੍ਰਹਮਪੁਰਾ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ, ਕੱਲ ਰਣਜੀਤ ਸਿੰਘ ਤਲਵੰਡੀ ਹੈ ਉਹ ਵੀ ਢੀਂਡਸਾ ਸਾਹਿਬ ਨਾਲ ਚਲੇ ਗਏ। ਕਿਵੇਂ ਦੇਖ ਲਓਗੇ, ਕੀ ਭਵਿੱਖ ਹੋਏਗਾ ਪੰਜਾਬ ਦੀ ਰਾਜਨੀਤੀ ਦਾ? ਦੇਖੋ, ਜਿਉਂ ਇਲੈਕਸ਼ਨਾਂ ਨੇੜੇ ਆਉਂਦੀਆਂ ਹੁੰਦੀਆਂ ਇਹ ਪੋਲੀਟੀਕਲ ਪ੍ਰੋਸੈਸ 'ਚ ਬਹੁਤ ਸਾਰਾ ਟਰਮੋਇਲ, ਇਹ ਬਹੁਤ ਕੁਝ ਹੁੰਦਾ ਵਾ।
ਪੰਜਾਬ 'ਚ ਵੀ ਉਹ ਹੋ ਰਿਹਾ ਹੈਗਾ। ਔਰ ਅਕਾਲੀ ਦਲ ਦਾ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ, ਇਹਨਾਂ ਦੇ ਬਹੁਤ ਸਾਰੇ ਗਰੁੱਪ ਬਣੇ ਆ, ਬਹੁਤ ਸਾਰਾ। ਉਹ ਤਾਂ ਮੇਰਾ ਖਿਆਲ ਆ ਇਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਦੇ ਇੰਟਰਨਲ ਮੈਟਰ ਨੇ। ਆਪ ਨੂੰ ਸੋਚਣਾ ਚਾਹੀਦਾ ਕਿ ਸਾਡੇ ਤੋਂ ਲੋਕ ਦੂਰ ਕਿਉਂ ਭੱਜ ਰਹੇ ਨੇ ਔਰ ਕੀ ਮੁੱਦੇ ਆ, ਉਹਨਾਂ ਨੂੰ ਆਪਸ ਵਿੱਚ ਵਿਚਾਰ ਕਰਕੇ ਉਹਦਾ ਹੱਲ ਕਰਨਾ ਚਾਹੀਦਾ। ਜਿੱਥੋਂ ਦਾ ਕਾਂਗਰਸ ਦਾ ਸਵਾਲ ਆ, ਸਾਡੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਿਲਕੁਲ ਸਟੇਬਲ ਆ ਔਰ ਉਹਨਾਂ ਨੇ ਕੋਵਿਡ ਦਾ ਵੀ ਬਹੁਤ ਵਧੀਆ ਕੰਮ ਕੀਤਾ ਔਰ ਅਗਲੀ ਵੀ ਇਲੈਕਸ਼ਨ ਅਸੀਂ ਜਿੱਤਾਂਗੇ, ਮੈਨੂੰ ਵਿਸ਼ਵਾਸ ਹੈ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਕਰੋਨਾ ਮਹਾਮਾਰੀ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਨਹੀਂ, ਕਰੋਨਾ ਤਾਂ ਦੇਖੋ ਬਹੁਤ ਖਤਰਨਾਕ ਚੀਜ਼ ਹੈ ਜੀ। ਇਹ ਤਾਂ ਮੈਂ ਬਹੁਤਾ ਨਹੀਂ ਡਰਾਉਣਾ ਚਾਹੁੰਦਾ, ਲੇਕਿਨ ਇਹ ਤਾਂ ਆਪਾਂ ਆਪ ਹੀ ਬਚਣਾ ਜੀ, ਆਪਾਂ ਆਪ ਹੀ ਬਚਣਾ ਹੈਗਾ। ਔਰ ਇਹਦੇ 'ਚ ਮਾਸਕ, ਠੀਕ ਹੈ ਜੀ, ਜਿਹੜਾ ਵੀ ਤੁਹਾਨੂੰ ਠੀਕ ਲੱਗੇ, ਔਰ ਡਿਸਟੈਂਸ ਆਪਣਾ ਫਾਸਲਾ ਘੱਟੋ ਘੱਟ 4-5-6 ਫੁੱਟ ਦਾ ਫਾਸਲਾ ਜੀ, ਔਰ ਬਾਰ-ਬਾਰ ਕਿਤੇ ਵੀ ਹੱਥ ਲੱਗ ਗਿਆ ਬਾਰ-ਬਾਰ ਸਾਬਣ ਨਾਲ ਹੱਥ ਧੋਣਾ ਹੈਗਾ ਜੀ। ਔਰ ਕੋਸ਼ਿਸ਼ ਕਰਨੀ ਆ ਕਿ ਬੰਦ ਕਮਰਿਆਂ 'ਚ ਲੋਕ ਨਾ ਬੈਠਣ, ਹਵਾ ਚੱਲਦੀ ਰਹੇ, ਉਹਦੇ ਨਾਲ ਵੀ ਬਹੁਤ ਫਰਕ ਪੈਂਦਾ। ਤੁਸੀਂ ਹੁਣ ਦੇਖਿਆ ਸੀ, ਮੈਂ ਲੋਕਾਂ ਨੂੰ ਬਾਹਰ ਦਰਖਤ ਥੱਲੇ ਮਿਲ ਰਿਹਾ ਸੀ। ਕਿਉਂ? ਕਮਰਿਆਂ 'ਚ ਤਾਂ ਏਸੀ ਲੱਗੇ, ਇਹੀ ਹਵਾ ਘੁੰਮਦੀ ਰਹਿਣੀ, ਇਸ ਕਰਕੇ ਬਾਹਰ ਮਿਲ ਰਿਹਾ ਸੀ। ਕਿਉਂਕਿ ਬਾਹਰ ਤਾਂ ਚਲੋ ਨਿਕਲ ਗਈ ਹਵਾ, ਜੇ ਕਿਸੇ ਨੂੰ ਮਾੜਾ ਮੋਟਾ ਹੋਊਗਾ ਵੀ ਉਹ ਨਿਕਲ ਗਿਆ ਤੇ ਇਹੀ ਇਹਦਾ ਇਲਾਜ ਹੈਗਾ। ਫਿਰ ਜੇ ਕਿਸੇ ਨੂੰ ਮਾੜਾ ਮੋਟਾ ਬੁਖਾਰ ਹੋ ਜਾਏ ਜਾਂ ਕੋਈ ਸਿੰਪਟਮ ਹੋ ਜਾਏ, ਇਮੀਡੀਏਟਲੀ ਡਾਕਟਰ ਸਾਹਿਬ ਦੀ ਸਲਾਹ ਲੈਣੀ ਚਾਹੀਦੀ ਆ। ਬਿਲਕੁਲ ਇਹਦੇ ਚ ਅਣਗਹਿਲੀ ਨਹੀਂ ਕਰਨੀ ਚਾਹੀਦੀ, ਮੇਰੀ ਤਾਂ ਇਹੀ ਬੇਨਤੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਡਾਕਟਰ ਅਮਰ ਸਿੰਘ ਜੀ, ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ MP ਨੇ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਖੋਲ੍ਹ ਕੇ ਦੱਸਿਆ ਜਿਹੜਾ ਆਰਡੀਨੈਂਸ ਪਾਸ ਕੀਤਾ, ਇੱਕ ਆਰਡੀਨੈਂਸ ਨਹੀਂ ਪਾਸ ਕੀਤਾ, ਇੱਕ ਤੀਰ ਨਾਲ BJP ਵੱਲੋਂ 3 ਨਿਸ਼ਾਨੇ ਕੀਤੇ ਗਏ ਨੇ। ਪਹਿਲਾਂ ਤਾਂ ਜਿਹੜੀ ਜਮਾਖੋਰੀ ਦੇ ਨਾਮ ਤੇ ਵਪਾਰੀਆਂ ਨੂੰ ਵਾਧੂ ਜਿਹੜਾ ਕਹਿ ਲਈਏ ਅਸੈਂਸ਼ੀਅਲ ਜਿਹੜੀਆਂ ਸਾਡੀ ਰੋਜ਼ਮਰਰਾ ਦੀ ਵਸਤੂਆਂ ਨੇ ਉਹ ਜਮ੍ਹਾਂ ਕਰਨ ਦੀ ਛੋਟ ਦਿੱਤੀ ਗਈ ਹੈ। ਉਸ ਦੇ ਨਾਲ ਜਿਹੜਾ ਪੰਜਾਬ ਦੀ ਜਿਹੜੀ ਮੰਡੀਆਂ ਜਾਂ ਹੋਰ ਵੱਖ-ਵੱਖ ਸੂਬੇ ਨੇ ਮੰਡੀਕਰਨ ਨੂੰ ਖਤਮ ਕਰਨ ਵਾਸਤੇ ਜਿਹੜਾ ਨਵਾਂ ਲਿਆਂਦਾ ਗਿਆ ਆਰਡੀਨੈਂਸ ਲਿਆਂਦਾ ਗਿਆ, ਉਹ ਪਹਿਲਾਂ ਤਾਂ ਕਿਸਾਨਾਂ ਨੂੰ ਭਰਮਾਉਣ ਲਈ ਵਧੀਆ ਹੋਏਗਾ, ਪਰ ਬਾਅਦ ਦੇ ਵਿੱਚ ਭਵਿੱਖ ਜਿਹੜਾ ਕਿਸਾਨਾਂ ਦਾ ਉਹ ਸੁਰੱਖਿਅਤ ਨਹੀਂ ਹੋਊਗਾ, ਜਿਸ ਦਾ ਉਹ ਕਹਿੰਦੇ ਨੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਸ ਦਾ ਖਾਸ ਤੌਰ ਤੇ ਵਿਰੋਧ ਕੀਤਾ ਜਾਏਗਾ। ਨਾਲ ਹੀ ਡਾਕਟਰ ਅਮਰ ਸਿੰਘ ਜੀ ਨੇ ਇਹ ਕਿਹਾ ਵੀ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਪੂਰੀ ਤਰ੍ਹਾਂ ਸਟੇਬਲ ਹੈ ਤੇ ਆਗਾਮੀ ਜਿਹੜੇ ਵਿਧਾਨ ਸਭਾ ਚੋਣਾਂ ਨੇ ਉਹਦੇ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਹ ਦੁਬਾਰਾ ਸਰਕਾਰ ਬਣਾਉਣਗੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਵੇਖਦੇ ਰਹੋ ਪ੍ਰਾਈਮੋ ਦੇ। ਸਤਿ ਸ੍ਰੀ ਅਕਾਲ।